बहुत ही प्यारे बच्चों, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਲਿਪੀ ਬੋਧ। ਬੱਚੋ ਲਿਪੀ ਕੀ ਹੁੰਦਾ? ਲਿਪੀ ਦਾ ਮਤਲਬ ਹੁੰਦਾ ਲਿਖਣਾ। ਅਗਰ ਲੱਲੇ ਨੂੰ ਸਿਹਾਰੀ ਪੱਪੇ ਦੀ ਜਗ੍ਹਾ 'ਤੇ ਕੱਖਾ ਬਣਾ ਦਈਏ ਆਪਾਂ, ਮਤਲਬ ਲਿਖਣਾ। ਲਿਖਣ ਨੂੰ ਆਪਾਂ ਲਿਪੀ ਕਹਿੰਦੇ ਹਾਂ। ਬੱਚੋ ਬੋਲਦੇ ਤਾਂ ਆਪਾਂ ਹੈਗੇ ਆ, ਪਰ ਜਦੋਂ ਆਪਾਂ ਲਿਖਦੇ ਹਾਂ, ਠੀਕ ਹੈ, ਲਿਖਣ ਨੂੰ ਆਪਾਂ ਕੀ ਕਹਿੰਦੇ ਹਾਂ ਬੱਚੋ? ਲਿਪੀ ਕਿਹਾ ਜਾਂਦਾ, ਠੀਕ ਹੈ। ਲਿਖਣ ਦਾ ਪੂਰਾ ਆਧਾਰ ਲਿਪੀ ਹੈ। ਲਿਪੀ ਬਿਨਾਂ ਬੱਚੋ ਆਪਾਂ ਲਿਖ ਸਕਦੇ ਨਹੀਂ ਹੈਗੇ, ਠੀਕ ਹੈ। ਕਿਸੇ ਭਾਸ਼ਾ ਵਿਚਲੇ ਬੋਲਾਂ ਨੂੰ ਲਿਖਤ ਵਿੱਚ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ, ਚਿੰਨ੍ਹ ਕਿਹੜੇ ਹੋ ਗਏ ਪੁੱਤਰ? ਜਿਵੇਂ ਤੁਸੀਂ ਆਪਣਾ ਨਾਮ ਹੈ, ਕੋਈ ਵੀ ਨਾਮ, ਜਿਵੇਂ ਕਰਮਜੀਤ ਨਾਂ ਦੇਣਾ ਤੁਸੀਂ, ਹੈ ਨਾ, ਉਹਦੇ ਵਿੱਚ ਜਿਹੜੇ ਅੱਖਰ ਆ ਗਏ ਕੱਕਾ, ਰਾਰਾ, ਠੀਕ ਹੈ, ਮੰਮਾ, ਜੱਜੇ ਨੂੰ ਬਿਹਾਰੀ, ਤੱਤਾ, ਠੀਕ ਹੈ, ਸਾਰੇ ਚਿੰਨੀ ਨੇ ਇਹ ਸਾਰੇ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਹਿੰਦੇ ਆਪਾਂ? ਲਿਪੀ। ਮਤਲਬ ਜਿਹੜੇ ਢੰਗ ਤਰੀਕਿਆਂ ਨਾਲ ਆਪਾਂ ਲਿਖਦੇ ਹਾਂ ਪੁੱਤਰ, ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਲਿਪੀ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਧੁਨੀਆਂ ਨੂੰ ਮਿਲਾ ਕੇ ਭਾਸ਼ਾ ਬਣਦੀ ਹੈ, ਤਿਵੇਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਕੇ ਮਤਲਬ ਜਿਹੜੇ ਚਿੰਨ੍ਹਾਂ ਨੂੰ ਸ਼ਾਮਿਲ ਕਰਦੇ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ ਪੁੱਤਰ? ਲਿਪੀ ਕਿਹਾ ਜਾਂਦਾ ਹੈ। ਹਰ ਭਾਸ਼ਾ ਦੀ ਆਪਣੀ ਲਿਪੀ ਹੁੰਦੀ ਹੈ, ਜਿਵੇਂ ਹਿੰਦੀ ਭਾਸ਼ਾ ਦੀ ਦੇਵਨਾਗਰੀ, ਉਰਦੂ ਭਾਸ਼ਾ ਦੀ ਕਿਹੜੀ ਹੁੰਦੀ ਹੈ? ਫਾਰਸੀ, ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਹੁੰਦੀ ਹੈ। ਇਸੇ ਪ੍ਰਕਾਰ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ, ਠੀਕ ਹੈ। ਜੋ ਆਪਾਂ ਹੁਣ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ, ਇਹ ਸਾਰਾ ਪੁੱਤਰ ਕੀ ਹੈ? ਇਹ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਗਈ ਹੈ। ਕਾਹਦੀ ਕੀਤੀ ਗਈ ਹੈ ਬੱਚੋ? ਗੁਰਮੁਖੀ ਲਿਪੀ ਦੀ, ਠੀਕ ਹੈ। ਹੁਣ ਗੁਰਮੁਖੀ ਲਿਪੀ ਬਾਰੇ ਜਾਣਕਾਰੀ ਆਪਾਂ ਪੂਰੀ ਹਾਸਿਲ ਕਰਦੇ ਹਾਂ, ਕਿਉਂਕਿ ਆਪਣੇ ਛੋਟੇ ਹੁੰਦੇ ਤੋਂ ਆਪਾਂ ਕਰਦੇ ਆ ਰਹੇ ਹਾਂ, ਤੁਹਾਨੂੰ ਸਿਖਾਇਆ ਜਾਂਦਾ ਹੈ ਨਾ, ਅਤੇ ਪਰ ਹੋਰ ਡੂੰਘਾਈ ਦੇ ਨਾਲ ਆਪਾਂ ਪੜ੍ਹ ਲੈਂਦੇ ਹਾਂ। ਗੁਰਮੁਖੀ ਲਿਪੀ ਕੀ ਹੁੰਦੀ ਹੈ ਪੁੱਤਰ? ਇਹ ਲਿਪੀ ਤੁਹਾਨੂੰ ਅਲੱਗ-ਅਲੱਗ ਪ੍ਰਸ਼ਨ ਆਉਣਗੇ ਪੇਪਰਾਂ ਦੇ ਵਿੱਚ, ਲਿਪੀ ਬਾਰੇ ਵੀ ਪੁੱਛੇ ਜਾਂਦੇ ਨੇ ਅਤੇ ਗੁਰਮੁਖੀ ਲਿਪੀ ਬਾਰੇ ਵੀ, ਠੀਕ ਹੈ। ਲਿਪੀ ਤਾਂ ਆਪਾਂ ਦੇਖ ਲਿਆ ਵੀ ਲਿਖਣ ਦਾ ਆਧਾਰ ਹੈ। ਲਿਖਣ ਦੇ ਸਮੇਂ ਆਪਾਂ ਜਿਹੜੇ ਚਿੰਨ੍ਹਾਂ ਦੀ ਵਰਤੋਂ ਕਰਦੇ ਹਾਂ ਬੱਚੋ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਲਿਪੀ ਕਹਿੰਦੇ ਹਾਂ। ਇਸ ਨੂੰ ਹੋਰ ਵਧਾ ਕੇ ਲਿਖ ਸਕਦੇ ਹਾਂ, ਜਿਵੇਂ ਕਿ ਹਿੰਦੀ ਦੀ ਦੇਵਨਾਗਰੀ, ਠੀਕ ਹੈ, ਪੰਜਾਬੀ ਦੀ ਕਿਹੜੀ ਹੈ? ਗੁਰਮੁਖੀ, ਅਤੇ ਇੰਗਲਿਸ਼ ਦੀ ਜਿਹੜੀ ਹੈਗੀ ਆ ਉਹ ਰੋਮਨ ਹੈ, ਠੀਕ ਹੈ। ਇਹ ਲਿਪੀ ਪੰਜਾਬੀ ਭਾਸ਼ਾ ਨੂੰ ਪੇਸ਼ ਕਰਨ ਲਈ ਪੂਰਨ ਤੌਰ 'ਤੇ ਢੁਕਵੀਂ ਹੈ, ਠੀਕ ਹੈ। ਮਤਲਬ ਘਬਰਾਉਣਾ ਨਹੀਂ ਹੁੰਦਾ ਇਹੋ ਜਿਹੇ ਸ਼ਬਦਾਂ ਨੂੰ ਦੇਖ ਕੇ। ਬੱਚੋ ਲਿਖਣ ਲਈ ਸੋਹਣੇ ਸੋਹਣੇ ਸ਼ਬਦ, ਔਖੇ ਔਖੇ ਸ਼ਬਦਾਂ ਦਾ ਇਸਤੇਮਾਲ ਕੀਤਾ। ਇਹਦਾ ਅਰਥ ਤਾਂ ਉਹਨਾਂ ਦਾ ਆਸਾਨ ਸ਼ਬਦਾਂ ਨਾਲ ਵੀ ਹੋ ਸਕਦਾ ਹੈ। ਇਹਨਾਂ ਨੇ ਕਿਹਾ ਕਿ ਇਹ ਲਿਪੀ ਪੰਜਾਬੀ ਭਾਸ਼ਾ ਨੂੰ ਪੇਸ਼ ਕਰਨ ਲਈ ਪੂਰਨ ਤੌਰ 'ਤੇ ਢੁਕਵੀਂ ਹੈ, ਕਿਉਂਕਿ ਇਹਦੇ ਵਿੱਚ ਲਿਖਿਆ ਜਾ ਸਕਦਾ ਹੈ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਬੱਚੋ। ਦੇਖੋ ਗੱਲ ਤਾਂ ਕੁਝ ਵੀ ਨਹੀਂ ਸੀ, ਬਾਰ-ਬਾਰ ਉਹਨਾਂ ਨੇ ਕਹਿਤਾ ਕਿ ਕੁਛ ਆਖਰਕਾਰ ਵਧਾਉਣ ਵਾਸਤੇ ਲਿਖਣਾ ਵੀ ਹੈ ਨਾ। ਅਤੇ ਲਿਪੀ ਅਤੇ ਵਰਨਮਾਲਾ ਕੀ ਹੁੰਦੀ ਹੈ? ਗੁਰਮੁਖੀ ਦੇ ਸਾਰੇ ਅੱਖਰਾਂ ਅਤੇ ਲਗਾਂ ਆਦਿ ਨੂੰ ਮਿਲਾ ਕੇ ਗੁਰਮੁਖੀ ਬਣਦੀ ਹੈ। ਅਗਰ ਆਪਾਂ ਹੁਣ ਕਰਮਜੀਤ ਨਾਂ ਲਿਆ ਸੀ, ਅਗਰ ਕਰਮਜੀਤ ਜੇ ਜੱਜੇ ਨੂੰ ਬਿਹਾਰੀ ਨਾ ਪਾਉਂਦੇ, ਲਗਾ ਮਾਤਰ ਹੁੰਦੀ ਹੈ ਨਾ ਬਿਹਾਰੀ ਹੈ ਜਿਹੜੀ, ਤਾਂ ਫਿਰ ਕਰਮਜੀਤ ਬਣ ਜਾਣਾ ਸੀ। ਕਰਮਜੀਤ ਤਾਂ ਕੋਈ ਹੈ ਨਾ ਅਲੱਗ ਹੀ ਨਾਮ ਹੋ ਗਿਆ। ਅਤੇ ਇਸ ਕਰਕੇ ਜੇ ਆਪਾਂ ਲਗਾ ਮਾਤਰਾਵਾਂ ਦੀ, ਲਗਾ ਅੱਖਰਾਂ ਦੀ ਵਰਤੋਂ ਨਹੀਂ ਕਰਾਂਗੇ ਤਾਂ ਅੱਖਰ ਬਣਨਾ ਹੀ ਨਹੀਂ ਹੈਗਾ, ਸ਼ਬਦ ਨਹੀਂ ਬਣਨਾ ਹੈਗਾ ਬੱਚੋ, ਠੀਕ ਹੈ। ਇਕੱਲੇ ਅੱਖਰਾਂ ਦੀ ਵਰਤੋਂ ਕਰਾਂਗੇ। ਸੋ ਇਸ ਕਰਕੇ ਗੁਰਮੁਖੀ ਦੇ ਸਾਰੇ ਅੱਖਰਾਂ ਅਤੇ ਲਗਾਂ ਦੀ ਜਿਹੜੀ ਇਸਤੇਮਾਲ ਕਰਕੇ ਕੀ ਹੁੰਦਾ ਬੱਚੇ? ਉਹ ਗੁਰਮੁਖੀ ਲਿਪੀ ਬਣਦੀ ਹੈ। ਗੁਰਮੁਖੀ ਅੱਖਰ ਜਦੋਂ ਪਰੰਪਰਾਗਤ ਨਿਸ਼ਚਿਤ ਤਰਤੀਬ ਵਿੱਚ ਰੱਖੇ ਜਾਂਦੇ ਹਨ ਤਾਂ ਉਸ ਨੂੰ ਗੁਰਮੁਖੀ ਵਰਨਮਾਲਾ ਕਿਹਾ ਜਾਂਦਾ ਹੈ ਬੱਚੋ। ਜਿਵੇਂ ਆਪਣੀ ਮਾਲਾ ਹੁੰਦੀ ਹੈ ਨਾ, ਮੋਤੀ ਚੀਣੇ ਹੁੰਦੇ ਨੇ, ਇਸ ਤਰ੍ਹਾਂ ਗੁਰਮੁਖੀ ਦੇ ਵਿੱਚ ਜਿਹੜੇ ਮੋਤੀ, ਅੱਖਰਾਂ ਦੇ ਮੋਤੀ, ਜਿਵੇਂ ਊੜਾ, ਐੜਾ, ਈੜੀ, ਇਹ ਚੀਣੇ ਜਾਂਦੇ ਨੇ, ਉਸ ਨੂੰ ਕੀ ਕਹਿੰਦੇ ਆ? ਵਰਨਮਾਲਾ। ਵਰਨ ਮਤਲਬ ਕੀ ਹੁੰਦਾ ਪੁੱਤਰ? ਅੱਖਰ। ਮਾਲਾ ਮਤਲਬ ਜਦੋਂ ਇਹਨਾਂ ਨੂੰ ਤਰਤੀਬਵਾਰ ਚੁਣਿਆ ਜਾਂਦਾ ਹੈ ਨਾ। ਆਪਾਂ ਜਦੋਂ ਕਹਿੰਦੇ ਹਾਂ ਵੀ ਤੁਹਾਨੂੰ ਗੁਰਮੁਖੀ ਆਉਂਦੀ ਹੈ, ਵਰਨਮਾਲਾ ਆਉਂਦੀ ਹੈ, ਠੀਕ ਹੈ, ਤਾਂ ਫਿਰ ਜਦੋਂ ਆਪਾਂ ਸਿੱਧੇ ਨਹੀਂ ਬੋਲਦੇ ਹੈ ਨਾ, ਜਿਵੇਂ ਊੜਾ ਬੋਲਤਾ ਉਸ ਤੋਂ ਬਾਅਦ ਆਪਾਂ ਨੰਨਾ ਬੋਲਤਾ, ਤਾਂ ਉਹ ਤਰਤੀਬਵਾਰ ਤਾਂ ਨਹੀਂ ਹੋਏ ਪੁੱਤਰ ਉਹ। ਇਸ ਕਰਕੇ ਇਹਨਾਂ ਨੂੰ ਤਰਤੀਬਵਾਰ ਵੀ ਲਿਖਣਾ ਜ਼ਰੂਰੀ ਹੈ। ਪੰਜਾਬੀ ਦੀ ਪਹਿਲੀ ਜਮਾਤ ਤੋਂ ਹੀ ਇਹ ਗੁਰਮੁਖੀ ਲਿਪੀ ਹੈ ਜਿਹੜੀ ਵਰਨਮਾਲਾ ਸਿਖਾਈ ਜਾਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਬੱਚੋ। ਅਗਰ ਆਪਾਂ ਹੁਣ ਵੱਡਿਆਂ ਨੂੰ ਦੇਖਦੇ ਹਾਂ, ABC ਤਾਂ ਹਰ ਕਿਸੇ ਨੂੰ ਆਉਂਦੀ ਹੁੰਦੀ ਹੈ, ਅਤੇ ਵੱਡੇ ਤੋਂ ਵੱਡੇ ਲੋਕਾਂ ਨੂੰ ਵੀ ਕਈ ਵਾਰ ਪੁੱਛਦੇ ਆ ਵੀ ਊੜਾ, ਐੜਾ, ਈੜੀ ਤੁਹਾਨੂੰ ਵਰਨਮਾਲਾ ਆਉਂਦੀ ਹੈ? ਤਾਂ ਉਹਨਾਂ ਨੂੰ ਨਹੀਂ ਆਉਂਦੀ ਹੁੰਦੀ, ਕਿਉਂਕਿ ਆਪਾਂ ਭੁੱਲ ਜਾਂਦੇ ਹੁੰਦੇ ਹਾਂ। ਕਈ ਵਾਰ ਜਦੋਂ ਬੱਚਿਆਂ ਨੂੰ ਹੁਣ ਵੀ ਹੈ ਨਾ 9ਵੀਂ 10ਵੀਂ ਦੇ ਨੂੰ ਪੜ੍ਹਾਉਂਦੇ ਆ ਜਾਂ 11ਵੀਂ 12ਵੀਂ ਦੇ ਨੂੰ, ਹੱਸਣ ਲੱਗ ਜਾਂਦੇ ਨੇ ਵੀ ਇਹ ਤਾਂ ਤੁਸੀਂ ਛੋਟੇ ਹੁੰਦੇ ਸੀ ਪੜ੍ਹ ਕੇ ਆਏ ਆ ਜੀ। ਇਹ ਵਿਆਕਰਨ ਜਦੋਂ ਵੀ ਆਪਾਂ ਸਿੱਖਦੇ ਹਾਂ ਬੱਚੋ, ਇਹਨਾਂ ਦੀ ਬਹੁਤ ਜ਼ਰੂਰਤ ਹੁੰਦੀ ਆ। ਜਿਵੇਂ ਆਪਾਂ ਪਹਿਲਾਂ ਇੱਕ ਚਾਰਟ ਬਣਾਇਆ ਸੀ, ਉਹਦੇ ਵਿੱਚ ਊੜਾ, ਐੜਾ, ਈੜੀ ਨੂੰ ਦੱਸਿਆ ਸੀ ਵੀ ਸਵਰ ਵਾਹਕ ਨੇ। ਅੰਗਾ, ਯਈਆਂ, ਨਾਣਾ, ਨੰਨਾ ਅਤੇ ਮੰਮਾ ਇਹ ਕਿਹੜੇ ਨੇ ਪੁੱਤਰ? ਇਹ ਸਾਰੇ ਕੀ ਨੇ? ਨਾਸਕੀ, ਨੱਕ 'ਚੋਂ ਆਵਾਜ਼ ਆਉਂਦੀ ਹੈ, ਠੀਕ ਹੈ।
शुरू ਦੇ ਵਿੱਚ ਬੱਚੇ ਇਹਨੂੰ 35 ਕਹਿੰਦੇ ਹੁੰਦੇ ਸੀ ਸਾਰੇ ਜਿਹੜੇ ਸਿਆਣੇ ਹੁੰਦੇ ਸੀ ਵੀ ਹਾਂ ਭਾਈ ਤੈਨੂੰ 35 ਆਉਂਦੀ ਹੈ। 35 ਕਿਹੜੀ ਹੁੰਦੀ ਸੀ, ਪਹਿਲਾਂ ਆਪਣੇ ਆਹ ਅੱਖਰ ਹੁੰਦੇ ਸੀ ਊੜੇ ਤੋਂ ਢਾੜੇ ਤੱਕ, ਠੀਕ ਹੈ। ਇਹਨੂੰ 35 ਅੱਖਰ ਸੀ ਇਹ ਸਾਰੇ ਪਹਿਲਾਂ, ਪਰ ਜਿਹੜੇ ਇਹ ਵਾਲੇ ਅੱਖਰ ਨੇ ਛੱਛੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਅਤੇ ਲੱਲੇ ਪੈਰ ਬਿੰਦੀ, ਕਿੰਨੇ ਹੋ ਗਏ ਇਹ 6 ਅੱਖਰ ਹੋ ਗਏ ਪੁੱਤਰ। ਅਤੇ 6 ਅੱਖਰ ਇਹ ਬਾਅਦ 'ਚ ਸ਼ਾਮਿਲ ਕੀਤੇ ਗਏ ਨੇ, ਠੀਕ ਹੈ। 35 ਦੇ ਵਿੱਚ 6 ਜੋੜ ਲਓ ਕਿੰਨੇ ਹੁੰਦੇ ਨੇ, ਠੀਕ ਹੈ। ਇਹ ਟੋਟਲ ਕਿੰਨੇ ਬਣ ਗਏ 35, 36, 37, 38, 39, 40 ਅਤੇ 41, ਠੀਕ ਹੈ ਬੱਚਿਓ। ਅੱਜ ਕੱਲ੍ਹ ਗੁਰਮੁਖੀ ਲਿਪੀ ਜਿਹੜੀ ਵਰਨਮਾਲਾ ਏ, ਠੀਕ ਹੈ, ਇਹਦੇ ਕਿੰਨੇ ਅੱਖਰ ਨੇ ਰਾਜੇ, ਟੋਟਲ ਕਿੰਨੇ ਅੱਖਰ ਨੇ ਇਹਦੇ, ਕੁੱਲ ਕਿੰਨੇ ਅੱਖਰ ਨੇ, 41 ਅੱਖਰ ਨੇ। ਸ਼ੁਰੂ ਦੇ ਵਿੱਚ ਇਹਨੂੰ 35 ਅੱਖਰ ਹੁੰਦੇ ਸੀ। ਫਿਰ ਕੀ ਕੀਤਾ ਬੱਚੋ, ਕਿਵੇਂ ਅੱਖਰ ਬਣੇ ਨੇ ਇਹ, ਫਿਰ ਅਰਬੀ ਫਾਰਸੀ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਸੱਸੇ ਪੈਰ ਬਿੰਦੀ, ਖੱਕੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ, ਇਹ ਸਾਰੇ ਅੱਖਰ ਤਾਂ ਵੈਸੇ ਤਾਂ ਪਹਿਲਾਂ ਤੋਂ ਪ੍ਰਚਲਿਤ ਸੀ, ਪਰ ਇਹਨਾਂ ਦੇ ਵਿੱਚ ਕੀ ਲਾ ਦਿੱਤੀ ਗਈ ਬਿੰਦੀ, ਕਿਉਂਕਿ ਦੇਖੋ ਆਪਣੇ ਜਦੋਂ ਆਪਣੀ ਫਾਰਸੀ ਧੁਨੀਆਂ ਆਈਆਂ, ਠੀਕ ਹੈ, ਤਾਂ ਉਹ ਤੋਂ ਲੋਕ ਆਪਾਂ ਜਿਵੇਂ ਮੁਗਲ ਆਏ ਬੋਲਣਾ ਸ਼ੁਰੂ ਕਰਤਾ, ਉਹਨਾਂ ਨੇ ਜਿਵੇਂ ਸ਼ੇਖ ਫਰੀਜੀ ਵਰਗੇ ਆਏ, ਉਹ ਸਾਹਿਤ ਅਮੀਰ ਸਾਹਿਤ ਲਿਖਣਾ ਸ਼ੁਰੂ ਕਰਤਾ, ਤਾਂ ਉਹ ਜ਼ਰੂਰੀ ਬਣ ਗਿਆ ਵੀ ਆਪਣੀ ਗੁਰਮੁਖੀ ਲਿਪੀ ਦਾ ਇੱਕ ਵਿੱਚੋਂ ਅੱਖਰ ਰਚ ਮਿਚ ਗਏ, ਇਸ ਕਰਕੇ ਉਹ ਲਿਖੇ ਗਏ ਬੱਚਿਓ, ਹੈ ਨਾ। ਫਿਰ ਇੱਕ ਲੱਲੇ ਪੈਰ ਬਿੰਦੀ ਧੁਨੀ ਰਹਿ ਗਈ, ਇਹ ਉਹਨਾਂ ਪਹਿਲਾਂ ਨਹੀਂ ਸੀ ਆਈ ਬੱਚਿਓ, ਇਹ ਆਪਾਂ ਕਹਿੰਦੇ ਵੀ ਅਰਬੀ ਫਾਰਸੀ ਧੁਨੀਆਂ ਦੇ ਵਿੱਚੋਂ ਨਹੀਂ ਸੀ ਆਈ ਇਹ ਰਾਜੇ, ਇਹ ਕਿਵੇਂ ਆਈ ਆਪਣੇ ਤੱਕ, ਠੀਕ ਹੈ। ਬਾਅਦ ਵਿੱਚ ਪੰਜਾਬੀ ਦੀ ਲੱਲੇ ਪੈਰ ਧੁਨੀ ਜਿਸ ਨੂੰ ਬੋਲਣ ਵੇਲੇ ਜੀਭ ਤਾਲੂ ਨੂੰ ਛੂੰਹਦੀ ਹੈ, ਮਤਲਬ ਲ, ਠੀਕ ਹੈ, ਅਤੇ ਉਹ ਬਾਅਦ ਦੇ ਵਿੱਚ ਅੰਕਿਤ ਕੀਤੀ ਗਈ ਸੀ, ਠੀਕ ਹੈ, ਕਿਉਂਕਿ ਇਹ ਵੀ ਬਹੁਤ ਜ਼ਰੂਰੀ ਸੀਗਾ। ਜਿਵੇਂ ਪਟਿਆਲਾ ਆਪਾਂ ਕਹਿੰਦੇ ਪਟਿਆਲਾ, ਪਟਿਆਲਾ ਲਿਖਦੇ ਆਪਾਂ ਪਟਿਆਲਾ ਸੀ ਪਰ ਬੋਲਦੇ ਸੀ ਪਟਿਆਲਾ, ਠੀਕ ਹੈ, ਇਸ ਕਰਕੇ ਉਹ ਲੱਲੇ ਪੈਰ ਬਿੰਦੀ ਹੀ ਲਗਾ ਕੇ ਬਣਦੀ ਸੀ। ਇਹ ਬਾਅਦ ਦੇ ਵਿੱਚ ਆਪਾਂ ਸ਼ਾਮਿਲ ਕੀਤੀ ਹੈ ਬੱਚੋ, ਕਾਫੀ ਦੇਰ ਬਾਅਦ, ਠੀਕ ਹੈ। ਤਾਂ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਗੁਰਮੁਖੀ ਦੇ ਹੁਣ ਆਪਾਂ ਜਿਹੜੀ ਵਰਨਮਾਲਾ ਕਿੰਨੇ ਅੱਖਰ ਨੇ ਰਾਜੇ, ਆਪਾਂ ਕਹਾਂਗੇ 41 ਨੇ, ਪਹਿਲਾਂ 35 ਸੀ, ਪਰ ਜਿਹੜੀਆਂ 5 ਅੱਖਰ ਨੇ ਜਿਵੇਂ ਸੱਸੇ ਪੈਰ ਬਿੰਦੀ ਤੋਂ ਲੈ ਕੇ ਫੱਫੇ ਪੈਰ ਬਿੰਦੀ, ਇਹ ਅਰਬੀ ਫਾਰਸੀ ਤੋਂ ਆਏ ਨੇ, ਇਹ ਆਪਾਂ ਬਾਅਦ ਦੇ ਵਿੱਚ ਆਪਾਂ ਸ਼ਾਮਿਲ ਕੀਤੇ ਨੇ ਵਿਆਕਰਨ ਦੇ ਵਿੱਚ, ਠੀਕ ਹੈ। ਲੱਲੇ ਪੈਰ ਬਿੰਦੀ ਦੀ ਜਿਹੜੀ ਧੁਨੀ ਆ, ਠੀਕ ਹੈ, ਅੱਖਰ ਹੈ ਇਹ। ਊੜਾ ਐੜਾ ਈੜੀ 3 ਸਵਰ ਅੱਖਰ ਹਨ, ਪਰ ਸਵਰ ਧੁਨੀਆਂ 10 ਹਨ, ਠੀਕ ਹੈ। ਇਹ ਅੱਖਰ ਨੇ ਪੁੱਤਰ, ਕੀ ਨੇ, ਊੜਾ ਐੜਾ ਈੜੀ ਜੀ ਸਵਰ ਵਾਹਕ ਕਹਿੰਦੇ ਆਪਾਂ, ਸਵਰ ਅੱਖਰ ਨੇ ਇਹ, ਠੀਕ ਹੈ, ਪਰ ਸਵਰ ਧੁਨੀਆਂ ਉਹੀ 10 ਨੇ ਜੋ ਆਪਾਂ ਪਹਿਲਾਂ ਦੱਸ ਚੁੱਕੇ ਹਾਂ, ਠੀਕ ਹੈ। ਤੁਹਾਨੂੰ ਚਾਰਟ ਬਣਾ ਕੇ ਵੀ ਦੱਸਿਆ ਸੀ ਅਤੇ ਇਹਦੇ ਵਿੱਚ ਵੀ ਆਪਾਂ ਦੱਸ ਦਾਂਗੇ। ਊੜਾ ਐੜਾ ਈੜੀ ਅੱਖਰ ਸਵਰ ਵਾਹਕ ਹਨ, ਇਹ ਪੰਜਾਬੀ ਭਾਸ਼ਾ ਦੀਆਂ 10 ਸਵਰ ਧੁਨੀਆਂ ਜਿਵੇਂ ਅ, ਆ, ਈ, ਊ, ਊ, ਐ, ਓ, ਔ, ਠੀਕ ਹੈ, ਇਹ ਆਪਣੇ ਕੀ ਨੇ 10 ਸਵਰ ਧੁਨੀਆਂ ਨੇ, ਉਹ ਕੀ ਨੇ ਸਵਰ ਅੱਖਰ। ਹੁਣ ਆ ਗਿਆ ਬੱਚੋ ਅੱਖਰ ਤੇ ਲਗਾ, ਲਗਾ ਮਾਤਰਾਵਾਂ ਕੀ ਹੁੰਦੀਆਂ ਨੇ ਆਪਣੀਆਂ, ਹੈ ਨਾ, ਜਿਹਨਾਂ ਅੱਖਰਾਂ ਦੇ ਨਾਲ ਲੱਗਦੀਆਂ ਨੇ ਉਹਨਾਂ ਨੂੰ ਲਗਾ ਕਹਿੰਦੇ ਆਪਾਂ, ਅੱਖਰਾਂ ਦੇ ਨਾਲ ਲੱਗਣ ਵਾਲੀਆਂ, ਇਹ ਰਾਜੇ 10 ਹੁੰਦੀਆਂ ਨੇ, ਠੀਕ ਹੈ। ਇੱਕ ਸਭ ਤੋਂ ਪਹਿਲਾਂ ਕੀ ਹੁੰਦਾ ਆਪਣਾ ਮੁਕਤਾ, ਠੀਕ ਹੈ, ਜਿਹੜਾ ਕੱਲਾ ਅ ਦੀ ਆਵਾਜ਼ ਹੈ ਮੁਕਤਾ, ਠੀਕ ਹੈ। ਹੁਣ ਤੁਸੀਂ ਇੱਥੋਂ ਹੀ ਦੇਖ ਲਓ, ਦੂਰ ਜਾਣ ਦੀ ਜ਼ਰੂਰਤ ਹੀ ਨਹੀਂ ਤਾਂ ਆਪਾਂ ਨੂੰ, ਠੀਕ ਹੈ। ਸਭ ਤੋਂ ਪਹਿਲਾਂ ਇਹ ਲਗਾ ਮਾਤਰਾਵਾਂ ਨੇ ਬੱਚੋ, 10 ਸਵਰ ਧੁਨੀਆਂ ਨੇ ਨਾ, 10 ਲਗਾ ਮਾਤਰਾਵਾਂ ਨੇ। ਸਭ ਤੋਂ ਪਹਿਲਾਂ ਕਿਹੜਾ ਆ ਗਿਆ ਆਪਣਾ ਐੜਾ, ਠੀਕ ਹੈ, ਐੜਾ ਆ ਗਿਆ ਆਪਣਾ। ਐੜੇ ਤੋਂ ਬਾਅਦ ਕੀ ਹੈ, ਐੜੇ ਨੂੰ ਕੰਨਾ, ਇਹ ਐੜਾ ਕੱਲਾ ਕੀ ਹੈ, ਇਹ ਮੁਕਤਾ ਬੋਲਾਂਗੇ ਆਪਾਂ ਇਹਨਾਂ ਨੂੰ, ਠੀਕ ਹੈ, ਮੁਕਤਾ। ਅਤੇ ਫਿਰ ਆ ਗਿਆ ਕੰਨਾ ਲਗਾ ਮਾਤਰ, ਫਿਰ ਸਿਹਾਰੀ ਲਗਾ ਮਾਤਰ, ਫਿਰ ਬਿਹਾਰੀ ਲਗਾ ਮਾਤਰ, ਫਿਰ ਊੜੇ ਨੂੰ ਔਂਕੜ ਮਤਲਬ ਔਂਕੜ ਹੋ ਗਿਆ, ਫਿਰ ਦੁਲੈਂਕੜ, ਫਿਰ ਲਾਵਾਂ, ਫਿਰ ਦੁਲਾਵਾਂ, ਠੀਕ ਹੈ ਬੱਚੋ, ਫਿਰ ਹੋੜਾ, ਠੀਕ ਹੈ। ਫਿਰ ਇਹ ਤੋਂ ਬਾਅਦ ਆਪਣਾ ਕੀ ਆਊਗਾ, ਠੀਕ ਹੈ, ਇਹ ਟੋਟਲ 10 ਹੋ ਗਈਆਂ। ਦੇਖਿਓ ਬੱਚੋ, ਜਿਵੇਂ ਆਹ ਸਵਰ ਨੇ ਨਾ ਆਪਣੇ ਅ, ਆ, ਈ, ਊ, ਊ, ਐ, ਓ, ਔ, ਠੀਕ ਹੈ। ਤਾਂ ਇਹੀ ਆਪਣੀਆਂ ਲਗਾ ਮਾਤਰਾਵਾਂ ਨੇ, ਕਿਹੜੀਆਂ ਕਿਹੜੀਆਂ ਨੇ, ਕੱਲਾ ਐੜਾ ਇਹਨੂੰ ਆਪਾਂ ਕੀ ਬੋਲਾਂਗੇ, ਮੁਕਤਾ ਬੋਲਾਂਗੇ, ਠੀਕ ਹੈ। ਫਿਰ ਕੀ ਆਪਣਾ ਕੰਨਾ, ਫਿਰ ਸਿਹਾਰੀ, ਠੀਕ ਹੈ, ਫਿਰ ਬਿਹਾਰੀ, ਫਿਰ ਔਂਕੜ, ਦੁਲੈਂਕੜ, ਲਾਵਾਂ, ਦਲਾਵਾਂ, ਹੋੜਾ ਅਤੇ ਆਪਣਾ ਕੀ ਆ ਗਿਆ ਬੱਚਿਓ ਅੱਗੇ ਘਨੌੜਾ, ਠੀਕ ਹੈ। ਇਹ ਸਾਰੀਆਂ ਆਪਣੀਆਂ ਲਗਾ ਮਾਤਰਾਵਾਂ ਨੇ, ਜਿਨ੍ਹਾਂ ਤੋਂ ਬਿਨਾਂ ਅੱਖਰ ਅਧੂਰੇ ਨੇ। ਸ਼ਬਦ ਤਾਂ ਹੀ ਬਣਦੇ ਨੇ ਬੱਚਿਓ ਜੇ ਲਗਾ ਮਾਤਰਾਵਾਂ ਲੱਗਣਗੀਆਂ। ਮੁਕਤਾ ਇਕੱਲੇ ਦੀ ਅ ਦੀ ਆਵਾਜ਼ ਆਉਂਦੀ ਹੈ, ਜਿਵੇਂ ਘਰ, ਪੜ੍ਹ ਅਤੇ ਸਰ,
ਕੰਨਾ ਆਪਾਂ ਨੂੰ ਪਤਾ ਵੀ ਅੱਖਰਾਂ ਦੇ ਨਾਲ ਲੱਗਦਾ ਹੈ ਵੀ ਅੱਖਰ ਨਾਲੋਂ ਬੱਚੋ ਇਹਦੀ ਲੰਬਾਈ ਹੈ ਜਿਹੜੀ ਅੱਧੀ ਹੋਣੀ ਚਾਹੀਦੀ ਹੈ ਸੁੰਦਰ ਲਿਖਾਈ ਦੇ ਵਿੱਚ। ਜਿਵੇਂ ਕਾਰ, ਹਾਰ, ਭਰਾ, ਠੀਕ ਹੈ, ਪੜਾ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਗਿਆ ਆਪਣਾ ਸਿਹਾਰੀ। ਸਿਹਾਰੀ ਜਿਵੇਂ ਸ਼ਹਿਰ, ਨਹਿਰ, ਕਹਿਰ, ਬਲਿਹਾਰ, ਬਣਾਇਆ ਤੇ ਸੁਣਾਇਆ, ਠੀਕ ਹੈ। ਤੇ ਇਸ ਤੋਂ ਬਾਅਦ ਆ ਗਿਆ ਬੱਚੋ ਬਿਹਾਰੀ। ਇਹਦੇ ਆ ਗਏ ਜਿਵੇਂ ਸ਼ੀਤਲ, ਗਰੀਬ, ਅਮੀਰ, ਸਰਦੀ, ਗਰਮੀ। ਔਂਕੜ ਆ ਗਿਆ ਬੱਚੋ, ਜਿਵੇਂ ਇਹਨਾਂ ਨੇ ਕੀ ਕਿਹਾ ਔਂਕੜ, ਤੇ ਚੁਸਤ, ਦਰੁਸਤ, ਮਨੁੱਖ, ਹੁਨਰ, ਮੁੜ, ਜੁੜ, ਟੁੱਟ, ਚੁਕੰਨ, ਕੁਸੰਨ, ਠੀਕ ਹੈ, ਕਸੁੰਨ। ਤੇ ਇਸ ਤਰ੍ਹਾਂ ਦੇ ਅੱਖਰ ਆਪਾਂ ਆਪਣੇ ਕੋਲ ਵੀ ਲਿਖ ਸਕਦੇ ਹਾਂ। ਤੇ ਉਸ ਤੋਂ ਬਾਅਦ ਆ ਗਿਆ ਦੁਲੈਂਕੜ। ਦੁਲੈਂਕੜ ਦੇ ਵਿੱਚ ਕਿਹੜੀ ਆ ਗਿਆ ਬੱਚੋ, ਖੂਨ, ਪੂਜਾ, ਸੂਰਜ, ਸਕੂਲ, ਠੀਕ ਹੈ। ਇਹ ਦੀਰਘ ਹੋ ਗਏ ਸਾਰੇ, ਆਪਾਂ ਦੇਖੀਏ ਨੇ ਲਾਵਾਂ ਹੋ ਗਿਆ ਬੱਚੋ। ਤੇ ਅੱਗੇ ਆ ਗਿਆ ਆਪਣਾ ਦੁਲਾਵਾਂ, ਫਿਰ ਆ ਗਿਆ ਹੋੜਾ, ਠੀਕ ਹੈ। ਤੇ ਇਹਨਾਂ ਦੇ ਦੁਲਾਵਾਂ ਲਾਵਾਂ ਦੇ ਵਿੱਚ ਕਿਹੜੇ ਆ ਗਏ ਸੀ ਉਦਾਹਰਨਾਂ, ਜਿਵੇਂ ਕੇਸ, ਤੇਲ, ਅਟੇਰਨ, ਠੀਕ ਹੈ। ਦੁਲਾਵਾਂ ਦੇ ਵਿੱਚ ਕਿਹੜੇ ਆ ਗਏ ਬੱਚੋ, ਸੈਨਤ, ਫੈਲਣਾ, ਹੁਸੈਨ, ਨਿਰਭੈ, ਫੈਸ਼ਨ। ਹੋੜੇ ਦੇ ਵਿੱਚ ਕਿਹੜੇ ਆ ਗਏ, ਮੋਰ, ਕਟੋਰਾ ਤੇ ਪਰਲੋ। ਫਿਰ ਉਸ ਤੋਂ ਬਾਅਦ ਕਿਹੜੇ ਆ ਗਏ ਘਨੌੜੇ ਦੇ ਵਿੱਚ, ਠੀਕ ਹੈ, ਸੌਣ, ਦੌਣ, ਧੌਣ, ਰੌਣਕ, ਅਲੌਕਿਕ, ਠੀਕ ਹੈ। ਹੁਣ ਇਹ ਸਾਰੇ ਸੀ ਬੱਚਿਓ ਆਪਣੇ ਲਗਾ ਮਾਤਰਾਵਾਂ, 10 ਹੀ ਸਵਰ ਨੇ ਤੇ 10 ਹੀ ਲਗਾ ਮਾਤਰਾਵਾਂ ਨੇ। ਹੁਣ ਜੇ ਅਗਰ ਆਪਾਂ ਨੂੰ ਪੁੱਛਿਆ ਜਾਂਦਾ ਵੀ ਊੜੇ ਦੇ ਨਾਲ ਆਪਣੀਆਂ ਲਗਾ ਮਾਤਰਾਵਾਂ ਕਿਹੜੀਆਂ ਨੇ, ਆਪਾਂ ਇੱਕ ਜਿਹੜਾ ਤੁਹਾਡੇ ਯਾਦ ਹੋਵੇ ਬੱਚਿਓ, ਆਪਾਂ ਇੱਕ ਚਾਰਟ ਉਹ ਬਣਾਇਆ ਸੀ ਊੜੇ ਦੇ ਨਾਲ ਕਿਹੜੀਆਂ ਲੱਗਣਗੀਆਂ। ਤੇ ਆਪਾਂ ਨੂੰ ਪਤਾ ਵੀ ਜੋ ਊੜੇ ਦੇ ਨਾਲ ਲੱਗਿਆ ਆਪਾਂ ਨੇ ਊੜੇ ਨੂੰ ਔਂਕੜ, ਜਿਵੇਂ ਉਹਨੇ ਸਵਰ ਨੇ ਆਪਣੇ ਆ, ਠੀਕ ਹੈ, ਜੋ ਆਪਾਂ ਉੱਪਰ ਕਰ ਚੁੱਕੇ ਹਾਂ। ਤਾਂ ਆਪਾਂ ਦੇਖਿਆ ਵੀ ਐੜੇ ਦੇ ਨਾਲ ਜਿਵੇਂ ਕਿ ਊੜੇ ਦੇ 3 ਨੇ ਸਵਰ ਧੁਨੀਆਂ ਨੇ ਜਿਹੜੀਆਂ, ਊੜੇ ਨੂੰ ਔਂਕੜ, ਊੜੇ ਨੂੰ ਦੁਲੈਂਕੜ ਤੇ, ਠੀਕ ਹੈ, ਊੜੇ ਨੂੰ ਹੋੜਾ। ਐੜਾ ਆਪਾਂ ਕਿਹਾ ਸੀ ਬਹੁਤ ਚਲਾ ਕੇ 4 ਸਵਰ ਧੁਨੀਆਂ ਰੱਖੀ ਬੈਠਾ ਹੈ ਨਾ। ਐੜਾ ਮੁਕਤਾ ਮਤਲਬ, ਉਸ ਤੋਂ ਬਾਅਦ ਕੰਨਾ, ਉਸ ਤੋਂ ਬਾਅਦ ਲਾਵਾਂ ਤੇ ਉਸ ਤੋਂ ਬਾਅਦ ਘਨੌੜਾ, ਠੀਕ ਹੈ ਬੱਚੋ। ਫਿਰ ਈੜੀ ਦੇ ਨਾਲ ਸਿਹਾਰੀ, ਬਿਹਾਰੀ ਤੇ, ਠੀਕ ਹੈ, ਲਾਵਾਂ। ਇਹ ਸਾਰੇ ਕੀ ਸੀ ਬੱਚਿਓ ਆਪਣੇ, ਤੁਹਾਨੂੰ ਅਲੱਗ ਤੋਂ ਪ੍ਰਸ਼ਨ ਪੁੱਛਿਆ ਜਾ ਸਕਦਾ ਵੀ ਦੱਸੋ ਤੁਸੀਂ, ਠੀਕ ਹੈ, ਊੜੇ ਦੇ ਨਾਲ ਕਿੰਨੀਆਂ ਲਗਾ ਮਾਤਰਾਵਾਂ ਲੱਗਦੀਆਂ ਨੇ, 3। ਐੜੇ ਦੇ ਨਾਲ ਕਿੰਨੀਆਂ ਲੱਗਦੀਆਂ ਨੇ, 4। ਤੇ ਈੜੀ ਦੇ ਨਾਲ ਕਿੰਨੀਆਂ ਲੱਗਦੀਆਂ ਨੇ ਲਗਾ ਮਾਤਰਾਵਾਂ ਬੱਚਿਓ, ਉਹ ਵੀ 3, ਠੀਕ ਹੈ ਰਾਜੇ। ਫਿਰ ਉਸ ਤੋਂ ਬਾਅਦ ਆਪਾਂ ਨੂੰ ਥੋੜ੍ਹਾ ਜਿਹਾ ਸਮਝਾਉਣ ਵਾਸਤੇ ਅੱਗੇ ਇਹਨਾਂ ਨੇ ਕਿਹਾ ਵੀ ਲਗਾਂਖਰ ਦੱਸੋ ਬੱਚਿਓ ਕਿਹੜੇ ਹੁੰਦੇ ਨੇ। ਬੱਚਿਓ ਲਿਪੀ ਦੇ ਲਗਾਂਖਰ 3 ਹੁੰਦੇ ਨੇ ਆਪਣੇ ਗੁਰਮੁਖੀ ਲਿਪੀ ਦੇ, ਬਿੰਦੀ, ਟਿੱਪੀ ਤੇ ਅੱਧਕ। ਕਿਹੜੇ ਹੁੰਦੇ ਨੇ ਬੱਚਿਓ, ਬਿੰਦੀ, ਟਿੱਪੀ, ਅੱਧਕ ਅਕਸਰ ਆ ਜਾਂਦਾ ਹੁੰਦਾ ਹੈ, ਠੀਕ ਹੈ। ਹੁਣ ਬਿੰਦੀ ਕੀ ਹੁੰਦੀ ਹੈ ਬੱਚਿਓ, ਇਹ ਚਿੰਨ੍ਹ ਨਾਸਕੀ ਸਵਰ ਧੁਨੀਆਂ ਨੂੰ ਅੰਕਿਤ ਕਰਨ ਲਈ ਵਰਤੇ ਜਾਂਦੇ ਹਨ। ਬਿੰਦੀ ਅਤੇ ਟਿੱਪੀ ਦੀ ਆਵਾਜ਼ ਵਿੱਚ ਕੋਈ ਅੰਤਰ ਨਹੀਂ ਹੁੰਦਾ। ਦੇਖੋ ਨੱਕ 'ਚੋਂ ਆਵਾਜ਼ ਆਉਂਦੀ ਹੈ, ਨਾਸਕੀ ਧੁਨੀਆਂ ਨੂੰ ਮਤਲਬ ਪੇਸ਼ ਕਰਦੇ ਨੇ। ਇਹ ਦੋਵੇਂ ਚਿੰਨ੍ਹ ਲਗਾ ਕੇ, ਠੀਕ ਹੈ, ਲਗਾਂ ਦੇ ਨਾਲ ਆਉਂਦੇ ਨੇ ਬੱਚਿਓ, ਠੀਕ ਹੈ। ਕਿਹਦੇ ਨਾਲ ਆਉਂਦੇ ਨੇ, ਲਗਾਂ ਦੇ ਨਾਲ। ਇਸ ਲਈ ਇਹਨਾਂ ਨੂੰ ਲਗਾਖਰ ਕਿਹਾ ਜਾਂਦਾ। ਲਗਾ ਦੇ ਨਾਲ ਆਉਣ ਵਾਲਿਆਂ ਨੂੰ ਕੀ ਕਿਹਾ ਜਾਂਦਾ, ਲਗਾਖਰ। ਮਤਲਬ ਇਕੱਲੇ ਨਹੀਂ ਆਪਾਂ ਲਾ ਸਕਦੇ ਬਿੰਦੀ ਟਿੱਪੀ ਦੀ, ਕੋਈ ਅਹਿਮੀਅਤ ਨਹੀਂ, ਪਰ ਲਗਾਖਰ, ਠੀਕ ਹੈ, ਹੁੰਦੇ ਨੇ ਇਹ। ਇਸ ਕਰਕੇ ਲਗਾ ਦੇ ਨਾਲ ਹੀ ਆਪਾਂ ਲਾਉਂਦੇ ਹਾਂ। ਕਿਸੇ ਅੱਖਰ ਨਾਲ 2 ਲਗਾਂ ਇਕੱਠੀਆਂ ਨਹੀਂ ਆਉਂਦੀਆਂ। ਇੱਕ ਲਗ ਅਤੇ ਉਸ ਨਾਲ ਬਿੰਦੀ ਜਾਂ ਟਿੱਪੀ ਚਿੰਨ੍ਹ ਆ ਸਕਦਾ ਹੈ, ਜਿਵੇਂ ਉਂਗਲੀ, ਆਂਡਾ, ਇੰਜਣ, ਮੀਂਹ, ਗੂੰਦ, ਭੌਂ, ਧੌਂਸਾ, ਗੈਂਦ ਤੇ ਗੈਂਡਾ, ਠੀਕ ਹੈ, ਆਦਿ। ਉਸ ਤੋਂ ਬਾਅਦ ਆ ਗਿਆ ਬੱਚੋ ਬਿੰਦੀ ਅਤੇ ਟਿੱਪੀ ਦੀ ਵਰਤੋਂ ਲਗਾਂ ਅਨੁਸਾਰ ਹੁੰਦੀ ਹੈ, ਜਿਵੇਂ ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ। ਇਹ ਵੀ ਪ੍ਰਸ਼ਨ ਬੱਚਿਓ ਆ ਜਾਂਦਾ ਹੁੰਦਾ, ਠੀਕ ਹੈ, ਵੀ ਬਿੰਦੀ ਅਤੇ ਟਿੱਪੀ ਦੀ ਵਰਤੋਂ ਲਗਾਂ ਅਨੁਸਾਰ ਆਪਾਂ ਲਿਖਣੀ ਹੈ। ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ ਦੇ ਨਾਲ ਟਿੱਪੀ ਵਰਤੀ ਜਾਂਦੀ ਹੈ। ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ ਦੇ ਨਾਲ ਟਿੱਪੀ। ਮੁਕਤਾ, ਸਿਹਾਰੀ, ਔਂਕੜ, ਦੁਲੈਂਕੜ, ਠੀਕ ਹੈ। ਇਹਦੇ ਨਾਲ ਆਪਾਂ ਕਾਹਦੀ ਵਰਤੋਂ ਹੁੰਦੀ ਹੈ ਬੱਚਿਓ, ਟਿੱਪੀ ਦੀ ਵਰਤੋਂ, ਠੀਕ ਹੈ। 4 ਹੋ ਗਈਆਂ ਨਾ, ਇਹ ਅਲੱਗ ਤੋਂ ਪ੍ਰਸ਼ਨ ਪੁੱਛਿਆ ਜਾਂਦਾ। ਮੁਕਤਾ, ਸਿਹਾਰੀ, ਔਂਕੜ ਤੇ ਦੁਲੈਂਕੜ। ਅੱਗੇ ਬਿੰਦੀ ਦੀ ਵਰਤੋਂ ਇਹ ਅਲੱਗ ਪੁੱਛਿਆ ਜਾਊਗਾ। ਕੰਨਾ, ਬਿਹਾਰੀ, ਲਾਂ, ਦੁਲਾਂ,
ਹੋੜਾ ਤੇ ਘਨੌੜਾ 6 10 ਹੁੰਦੇ ਨੇ ਨਾ ਬੇਟੇ ਲਗਾ ਮਾਤਰਾਵਾਂ। 10 ਦੇ ਵਿੱਚੋਂ 4 ਟਿੱਪੀ ਦੇ ਹਿੱਸੇ ਗਈਆਂ, ਬਾਕੀ ਬਚ ਗਈਆਂ ਉਹ ਕਿਹਦੇ ਹਿੱਸੇ ਗਈਆਂ? ਉਹ ਬਿੰਦੀ ਦੇ ਹਿੱਸੇ। ਠੀਕ ਹੈ। ਤੇ ਹੁਣ ਆ ਗਿਆ ਅੱਧਕ। ਅੱਧਕ ਕੀ ਹੁੰਦਾ? ਦਬਾ ਲਈ ਜਾਂ ਬਲ ਦਾ ਚਿੰਨ੍ਹ ਹੈ। ਸ਼ਬਦ ਵਿੱਚ ਜੇ ਕਿਸੇ ਧੁਨੀ 'ਤੇ ਦਬਾਅ ਖਾਸ ਬਲ ਦੇਣਾ ਹੋਵੇ ਤਾਂ ਉਸ ਧੁਨੀ ਨੂੰ ਅੰਕਿਤ ਕਰਨ ਵਾਲੇ ਅੱਖਰ ਤੋਂ ਪਹਿਲਾਂ ਅੱਖਰ ਉੱਤੇ ਅੱਧਕ ਦਾ ਚਿੰਨ੍ਹ ਲਾਇਆ ਜਾਂਦਾ ਹੈ। ਅੱਧਕ ਦੀ ਵਰਤੋਂ ਕੇਵਲ ਮੁਕਤਾ, ਸਿਹਾਰੀ, ਔਂਕੜ ਲਗਾ ਨਾਲ ਹੀ ਕੀਤੀ ਜਾਂਦੀ ਹੈ, ਜਿਵੇਂ ਵੱਟ, ਪਿੱਤ, ਕੁੱਤਾ ਆਦਿ। ਠੀਕ ਹੈ। ਹੁਣ ਇਹਨਾਂ ਨੇ ਦੱਸਿਆ ਵੀ ਅੱਧਕ ਦੀ ਵਰਤੋਂ ਕਿਹੜੀ ਕਿਹੜੀ ਲਗਾ ਮਾਤਰਾ ਨਾਲ ਹੁੰਦੀ ਹੈ। ਠੀਕ ਹੈ। ਤਾਂ ਆਪਾਂ ਦੇਖਾਂਗੇ ਵੀ ਅੱਧਕ ਦੀ ਵਰਤੋਂ ਮੁਕਤਾ, ਸਿਹਾਰੀ, ਔਂਕੜ ਲਗ ਦੇ ਨਾਲ, ਮੁਕਤਾ, ਸਿਹਾਰੀ ਤੇ ਔਂਕੜ ਦੇ ਨਾਲ, 3 ਦੇ ਨਾਲ। ਠੀਕ ਹੈ ਬੱਚੋ, ਹੁੰਦੀ ਹੈ। ਕੁਝ ਅੰਗਰੇਜ਼ੀ ਜਿਹੜੇ ਸ਼ਬਦਾਂ ਨੂੰ ਗੁਰਮੁਖੀ ਵਿੱਚ ਲਿਖਣ ਲਈ ਦੁਲਾਵਾਂ ਲਗ ਨਾਲ ਅੱਧਕ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਠੀਕ ਹੈ। ਜਿਵੇਂ ਪੈਨ, ਜੈਟ, ਸੈੱਟ ਆਦਿ। ਹੁਣ ਦੁੱਤ ਅੱਖਰ ਕਿੰਨੇ ਹੁੰਦੇ ਨੇ ਆਪਣੇ ਬੱਚੋ? ਦੁੱਤ ਅੱਖਰ ਹੁੰਦੇ ਨੇ ਆਪਣੇ 3, ਹਾਹਾ, ਰਾਰਾ ਤੇ ਵਾਵਾ, ਜਿਹੜੇ ਕਿ ਮਤਲਬ ਪੈਰ 'ਚ ਪੈਂਦੇ ਨੇ। ਜਿਵੇਂ ਇਹਨਾਂ ਨੇ ਕਿਹਾ ਪ੍ਰੇਮ, ਸਵਰ ਆਦਿ। ਠੀਕ ਹੈ। ਇਸ ਤੋਂ ਬਾਅਦ ਆ ਗਿਆ ਸੁੰਦਰ ਲਿਖਾਈ ਦੇ ਲੱਛਣ। ਕੀ ਬੱਚੋ ਆਪਾਂ ਕੀ ਕਰਨਾ ਵੀ ਸੋਹਣਾ ਕਿਵੇਂ ਲਿਖਦੇ ਆਪਾਂ? ਤਾਂ ਸਹੀ ਅੱਖਰ ਸਾਫ਼ ਹੋਣ ਸਾਰੇ। ਸੁੰਦਰ ਲਿਖਾਈ ਦੇ 2 ਮੁੱਖ ਲੱਛਣ ਹਨ। ਪਹਿਲਾ ਇਹ ਲਿਖਿਆ ਹੋਇਆ ਹੈ ਕਿ ਸੌਖੀ ਤਰ੍ਹਾਂ ਪੜ੍ਹਿਆ ਜਾਵੇ ਅਤੇ ਕਿਸੇ ਪ੍ਰਕਾਰ ਦਾ ਭੁਲੇਖਾ ਨਾ ਪਵੇ। ਦੂਜਾ ਇਹ ਲਿਖਿਆ ਹੋਇਆ ਕਿ ਅੱਖਾਂ ਨੂੰ ਸੋਹਣਾ ਲੱਗੇ। ਗੁਰਮੁਖੀ ਦੇ ਸਾਰੇ ਅੱਖਰ ਊੜਾ ਨੂੰ ਛੱਡ ਕੇ ਲੰਬਾਈ ਤੇ ਚੌੜਾਈ ਵਿੱਚ ਇੱਕੋ ਜਿਹੇ ਹੁੰਦੇ ਹਨ। ਇਸ ਲਈ ਸੁੰਦਰ ਲਿਖਤ ਵਿੱਚ ਸਾਰੇ ਅੱਖਰਾਂ ਦੇ ਆਕਾਰ ਇੱਕੋ ਜਿਹੇ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਖਰਾਂ ਨਾਲ ਲੱਗੀਆਂ ਲਗਾਂ ਅਤੇ ਟਿੱਪੀ, ਅੱਧਕ ਆਦਿ ਚਿੰਨ੍ਹ ਅੱਖਰਾਂ ਦੇ ਖਾਸ ਅਨੁਪਾਤ ਵਿੱਚ ਹੁੰਦੇ ਹਨ ਅਤੇ ਉਹਨਾਂ ਦੇ ਲਾਉਣ ਦੀ ਥਾਂ ਵੀ ਨਿਸ਼ਚਿਤ ਹੁੰਦੀ ਹੈ। ਸੁੰਦਰ ਲਿਖਾਈ ਵਿੱਚ ਲਗਾਂ ਦੀ ਥਾਂ ਅਤੇ ਆਕਾਰ ਅੱਖਰਾਂ ਅਨੁਸਾਰ ਹੀ ਹੋਣੇ ਚਾਹੀਦੇ ਹਨ। ਭਾਵੇਂ ਹੱਥ ਨਾਲ ਲਿਖੇ ਹੋਏ ਅੱਖਰ ਅਤੇ ਲਗਾਂ ਆਦਿ ਇਨ ਬਿਨ ਛਾਪੇ ਦੇ ਅੱਖਰਾਂ ਅਤੇ ਲਗਾਂ ਜਿਹੇ ਨਹੀਂ ਬਣਦੇ ਤਾਂ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਠੀਕ ਹੈ। ਤਾਂ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਸ਼ਬਦਾਂ ਵਿੱਚ ਅੱਖਰਾਂ ਦੀ ਅਤੇ ਵਾਕ ਵਿੱਚ ਸ਼ਬਦਾਂ ਦੀ ਆਪਸ ਵਿੱਚ ਵਿੱਥ ਸਮਾਨ ਹੋਣੀ ਚਾਹੀਦੀ ਹੈ। ਕਾਗਜ਼ ਉੱਤੇ ਹਾਸ਼ੀਆ ਛੱਡਣ, ਪੈਰਾ ਬਣਾਉਣ, ਵਿਸ਼ਰਾਮ ਚਿੰਨ੍ਹਾਂ ਅਤੇ ਸ਼ਬਦ ਜੋੜਾਂ ਬਾਰੇ ਸੁਚੇਤ ਰਹਿਣ ਨਾਲ ਲਿਖਾਈ ਸੋਹਣੀ ਲੱਗਦੀ ਹੈ। ਸਮੁੱਚੇ ਤੌਰ 'ਤੇ ਲਿਖੇ ਹੋਏ ਅੱਖਰ ਨਾ ਤਾਂ ਇੰਨੇ ਬਰੀਕ ਹੋਣੇ ਚਾਹੀਦੇ ਹਨ ਅਤੇ ਨਾ ਹੀ ਵੱਡੇ ਹੋਣੇ ਚਾਹੀਦੇ ਹਨ। ਲਿਖਣਾ ਬਿਲਕੁਲ ਔਖਾ ਨਹੀਂ ਆ, ਲਿਖਾਈ ਬਹੁਤ ਸੌਖੀ ਹੁੰਦੀ ਹੈ ਅਗਰ ਆਪਾਂ ਕਰੀਏ ਅਤੇ ਆਪਾਂ ਨੂੰ ਪੂਰਾ ਧਿਆਨ ਨਾਲ ਲਿਖਾਈ ਜਿਹੜੀ ਕਰਨੀ ਚਾਹੀਦੀ। ਕੋਈ ਵੀ ਕੰਮ ਔਖਾ ਨਹੀਂ। ਛੋਟੇ ਹੁੰਦੇ ਤੁਹਾਨੂੰ ਕਾਪੀਆਂ ਮਿਲਦੀਆਂ ਹੁੰਦੀਆਂ ਸੀ ਨਾ ਅੱਖਰਾਂ ਦੀ ਬਣਾਵਟ ਵਾਲੀਆਂ, ਅਤੇ ਤੁਸੀਂ ਉਹ ਲੈ ਕੇ ਅਗਰ ਉਹ ਨਹੀਂ ਲੈਣੇ ਤਾਂ ਇਹੀ ਅੱਖਰਾਂ ਨੂੰ ਦੇਖ ਕੇ ਤੁਸੀਂ ਵੀ ਕਿੱਦਾਂ ਇਹਨਾਂ ਦੀ ਬਣਾਵਟ ਬਣੀ ਹੋਈ ਆ, ਅਗਰ ਤੁਸੀਂ ਲਿਖਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਡੀ ਲਿਖਾਈ ਇੱਦਾਂ ਹੀ ਬਣਨੀ ਸ਼ੁਰੂ ਹੋ ਜਾਊਗੀ। ਅਤੇ ਮੈਨੂੰ ਆਸ ਹੈ ਵੀ ਤੁਸੀਂ ਸੋਹਣੀ ਲਿਖਾਈ ਲਿਖੋਗੇ, ਸਮਝੋਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਧੰਨਵਾਦ ਬੱਚਿਓ। ਚੰਗੇ ਬੱਚੇ ਬਣੋ, ਚੰਗਾ ਚੰਗਾ ਪੜ੍ਹੋ। ਵਿਆਕਰਨ ਇੱਕ ਵਾਰ ਪੜ੍ਹ ਕੇ ਸਾਰੀ ਜ਼ਿੰਦਗੀ ਇਸ ਨੂੰ ਯਾਦ ਰੱਖੋ। ਬਹੁਤ ਬਹੁਤ ਧੰਨਵਾਦ ਬੱਚਿਓ।